सतनाम वाहिगुरु साहिब जीओ। श्री राग महला तीजा। बिन गुर रोग न टुटई, हौ मैं पीड़ न जाए। गुर प्रसादी मन वसै, नामे रह समाए। गुर शब्दी हर पाईऐ, बिन शब्दै भरम भुलाए। मन रे निज घर वासा होए, राम नाम सालाहे तू, फिर आवन जान न होए। मन रे निज घर वासा होए, राम नाम सालाहे तू, फिर आवन जान न होए। वाहिगुरु जी का खालसा, वाहिगुरु जी की फतेह। सतगुरु गरीब नवाज सर्व कला समर्थ, लोक परलोक दियां दातां दे मालक सतगुरु श्री गुरु ग्रंथ साहिब सच्चे पातशाह जी दे बख्शे होए इस अस्थान ते सो घर विखे चल रही अमृत बाणी दी कथा विच अज 36 अंग उपर शोभायमान गुरु अमरदास पातशाह जी दी बाणी विचों श्री राग दे कुछ शब्द गुरु कृपा द्वारा विचारे जाणगे। जिमें कि पहला शब्द आप जी ने सुनिया, इस शब्द विच सारे शब्द का जो आधार है वो इस तुक ते है कि मन रे निज घर वासा होए। हे भटकदे हुए मन, जे तू गुरु के शब्द नाल सांझ पा लवें ते तेनू अपने थां ते अपने घर जो तेरे वास्ते ही बने हैं, उस घर विच सदा वास्ते एक विश्राम, टिका, आनंद ते खुशी दी प्राप्ति होवेगी। पर यह प्राप्ति वास्ते तेनू वैगुरु दे नाम दी सिफत सलाह जे तू करेगा तो तेनू फिर पाउना नहीं पेगा, तेनू फिर भटकना नहीं पेगा। मन का जन्म आत्मा विचों होया। आत्मा मन की मां है, पर मां नू भुल्लण करके ये मन 5 विकारां नाल सांझ पा लैंदा है ते उन्हां दे मायकी असरां थल्ले पै के सहजे सहजे मां नूं भुल जांदा है ते इन्हां 5 जिहड़े सिर्फ एक कारज चलाउण वास्ते वैगुरु ने अंदर पाए सन, इन्हां नाल दोस्ती गूढ़ी कर लैंदा है। हुण बच्चा भावें कहंदे ने सारे संसार नूं खुश कर लै, पर जे उहदी मां उहनूं असीस नहीं दिंदी ते उहनूं धर्म दे कोई फल प्राप्त धार्मिक दुनिया विचों भी कुछ लभदा नहीं। इस करके इत्थे गुरु साहिब कहंदे ने तेरा निवास तेरी मां विच आत्मा विच होएगा। आत्मा की है? गुरु का शब्द, क्योंकि आत्मा सिर्फ कहन नूं एक शब्द है। जे कोई आत्मा का सबूत है, जे कोई अंदर बसी हुई जिंद का सबूत है, तो वह सबूत सिर्फ साडे शरीर विचों निकलती हुई आवाज है। अंदरों ते आवाज उस आत्मा विचों आ रही
ਪਰ ਜਦੋਂ ਇਹ ਆਵਾਜ਼ ਸਾਡੀ ਬੁੱਧੀ ਨਾਲ ਸੰਬੰਧਿਤ ਹੁੰਦੀ ਹੈ ਤੇ ਸੰਸਾਰਕ ਬਣ ਜਾਂਦੀ ਹੈ। ਇਸ ਆਵਾਜ਼ ਵਿੱਚ ਹੰਕਾਰ ਦੀਆਂ ਗੱਲਾਂ, ਵਾਸ਼ਨਾ ਦੀ ਤਸੀਰ, ਮੋਹ ਦਾ ਚਿੱਕੜ, ਲੋਭ ਦੀਆਂ ਲਹਿਰਾਂ, ਇਹ ਸਾਰਾ ਕੁਝ ਇਹਨੂੰ ਗੰਧਲਾ ਕਰ ਦਿੰਦਾ ਹੈ। ਪਰ ਜਿੱਥੋਂ ਧੁਰ ਤੋਂ ਆਵਾਜ਼ ਆ ਰਹੀ ਉਹ ਸਾਡੀ ਆਤਮਾ ਦਾ ਸੈਂਟਰ ਹੈ। ਆਤਮਾ ਨੂੰ ਪ੍ਰਾਪਤ ਕਰਨ ਵਾਸਤੇ, ਪਰਮਾਤਮਾ ਦਾ ਦਰਵਾਜ਼ਾ ਲੱਭਣ ਵਾਸਤੇ ਗੁਰੂ ਸਾਹਿਬ ਨੇ ਜੇ ਸਭ ਤੋਂ ਵੱਡੇ ਸਾਧਨ ਦੀ ਵਰਤੋਂ ਕੀਤੀ, ਸ਼ਾਇਦ ਦੁਨੀਆ ਦੇ ਬਹੁਤ ਘੱਟ ਧਰਮ ਇਸ ਮਾਰਗ ਤੇ ਤੁਰੇ ਹੋਣਗੇ ਕਿ ਉਹਨਾਂ ਨੇ ਇਸ ਸੰਸਾਰ ਨੂੰ ਇੱਕ ਇੰਨਾ ਸਰਲ ਤੇ ਸੌਖਾ ਰਾਹ ਦਿੱਤਾ ਹੋਵੇ ਜੋ ਸਿੱਧਾ ਹੀ ਡਾਇਰੈਕਟਲੀ ਕਿਸੇ ਮੋੜ ਤੋਂ ਬਿਨਾਂ ਸਿੱਧਾ ਪਰਮਾਤਮਾ ਦੇ ਘਰ ਵੱਲ ਜਾਂਦਾ ਹੈ ਔਰ ਲਗਾਤਾਰ ਜਾ ਰਿਹਾ ਹੈ, ਲਗਾਤਾਰ ਆ ਰਿਹਾ ਤੇ ਜਾ ਰਿਹਾ ਹੈ। ਉਹ ਕਿਹੜਾ ਹੈ? ਉਹ ਸਾਡੀ ਆਵਾਜ਼ ਹੈ। ਸਤਿਗੁਰੂ ਨੇ ਜਦੋਂ ਆਪਣਾ ਕਮਾਇਆ ਹੋਇਆ ਨਾਮ ਸਿੱਖ ਦੀ ਝੋਲੀ ਵਿੱਚ ਪਾਇਆ ਹੈ ਤੇ ਜਦੋਂ ਉਸ ਨਾਮ ਦੇ ਨਾਲ ਉਸ ਆਵਾਜ਼ ਨੂੰ ਮਿਲਾ ਕੇ ਆਪਾਂ ਤੁਰਨੇ ਆ, ਆਪਣੀ ਆਵਾਜ਼ ਵਿੱਚ ਨਾਮ ਪਾ ਦਿੰਦੇ ਆ। ਜਿਵੇਂ ਗੁਰੂ ਸਾਹਿਬ ਕਹਿੰਦੇ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਤੂੰ ਆਪਣੀ ਆਵਾਜ਼ ਵਿੱਚ ਗੁਰੂ ਦੀ ਆਵਾਜ਼ ਨੂੰ ਫਿੱਟ ਕਰ ਦੇ। ਜਿਵੇਂ ਇੱਕ ਰੋੜੇ ਨੂੰ ਤੁਸੀਂ ਆਕਾਸ਼ ਵਿੱਚ ਸਿੱਟਣਾ ਹੋਵੇ ਤਾਂ ਸਿੱਧਾ ਨਹੀਂ ਜਾ ਸਕੇਗਾ। ਉਸ ਰੋੜੇ ਨੂੰ ਭੇਜਣ ਵਾਸਤੇ ਤੁਹਾਨੂੰ ਇੱਕ ਗੁਲੇਲ ਚਾਹੀਦੀ ਹੈ। ਗੁਲੇਲ ਉਹਨੂੰ ਥਰੋ ਕਰੇਗੀ, ਵਗਾਏਗੀ ਤੇ ਉਹ ਸਫ਼ਰ ਕਰੇਗਾ। ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਜੋ ਗੁਰੂ ਤੋਂ ਮਿਲਿਆ ਹੈ, ਉਸ ਨਾਮ ਨੂੰ ਅੰਦਰ ਵਸਾਉਣ ਵਾਸਤੇ ਇੱਕ ਸਾਧਨ ਚਾਹੀਦਾ ਸਾਡੇ ਕੋਲ, ਤੇ ਇੱਕ ਕਮਾਈ ਕੀਤਾ ਹੋਇਆ ਨਾਮ ਹੈ। ਉਹ ਸਾਧਨ ਹੈ ਸਾਡੀ ਆਵਾਜ਼। ਜਿਵੇਂ ਕਮਾਨ ਵਿੱਚ ਜਦੋਂ ਤੀਰ ਫਿੱਟ ਕਰੀਏ ਤਾਂ ਤੀਰ ਸਿੱਧਾ ਆਪਣੇ ਟਾਰਗੇਟ ਤੇ ਨਿਸ਼ਾਨੇ ਤੇ ਚਲਾ ਜਾਏਗਾ। ਇਸੇ ਤਰ੍ਹਾਂ ਗੁਰੂ का उपदेश, गुरु की आवाज, गुरु की बाणी, मूल मंत्र, गुरमंत्र ਜਦੋਂ ਇਸ ਕਮਾਨ ਦੇ ਵਿੱਚ ਅਸੀਂ ਫਿੱਟ ਕਰ ਦਿਆਂਗੇ ਤੇ ਕਮਾਨ ਉਸ ਉਪਦੇਸ਼ ਨੂੰ ਸਾਡੇ ਹਿਰਦੇ ਤੱਕ ਲੈ ਕੇ ਚਲੇ ਜਾਏਗੀ ਤੇ ਸਾਰਾ ਜੀਵਨ ਇਸ ਉਪਦੇਸ਼ ਦੇ ਨਾਲ ਪ੍ਰਭਾਵਿਤ ਹੋ ਜਾਏ। ਪਰ ਜੇ ਕਮਾਨ ਢਿੱਲੀ ਹੈ, ਦੇਰ ਬਹੁਤ ਲੱਗ ਜਾਂਦੀ ਹੈ। ਜੇ ਸਾਡੀ ਆਵਾਜ਼ ਢਿੱਲੀ ਹੈ ਤਾਂ ਦੇਰ ਵਿੱਚ ਵਾਧਾ ਹੋ ਸਕਦਾ ਹੈ, ਕਿਉਂਕਿ ਜਿੰਨਾ ਚਿਰ ਕਮਾਨ ਠੀਕ ਨਹੀਂ, ਤੀਰ ਬਿਲਕੁਲ ਵੀ ਠੀਕ ਹੋਵੇ, ਉਹ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚ ਸਕਦਾ। ਇਸੇ ਤਰ੍ਹਾਂ ਭਾਵੇਂ ਧਰਮ ਕਿੰਨਾ ਸੋਹਣਾ, ਬਾਣੀ ਵਿੱਚ ਕੋਈ ਬਾਣੀ ਜਿੰਨਾ ਤੇ ਕੁਝ ਉੱਤਮ ਹੈ ਹੀ ਨਹੀਂ ਸੰਸਾਰ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਰਗਾ ਤੇ ਉਪਦੇਸ਼ ਤੇ ਬਖਸ਼ਿਸ਼ ਕਿਤੇ ਹੈ ਹੀ ਨਹੀਂ। ਪਰ ਕਈ ਵਾਰੀ ਅਸੀਂ ਵੇਖਦੇ ਹਾਂ, ਅਸੀਂ ਪੜ੍ਹਦੇ ਸੁਣਨੇ ਬਹੁਤ ਹਾਂ, ਪਰ ਸਾਡੇ ਜੀਵਨ ਵਿੱਚ ਬਾਣੀ ਦਾ ਪ੍ਰਭਾਵ, ਅਸਰ ਨਜ਼ਰ ਨਹੀਂ ਆਉਂਦਾ। ਉਹਦਾ ਕਾਰਨ ਹੁੰਦਾ ਵੀ ਸਾਡੀ ਕਮਾਨ ਅਜੇ ਕਮਜ਼ੋਰ ਹੈ, ਸਾਡਾ ਜੀਵਨ ਅਜੇ ਕਮਜ਼ੋਰ ਹੈ। ਸਾਡੀ ਸਰੀਰਕ ਕਿਰਿਆ, ਮਾਨਸਿਕ ਕਿਰਿਆ, ਸੋਚ ਕਿਰਿਆ, ਵਿਚਾਰ ਮੰਡਲ, ਕਰਮ ਤੇ ਭਾਵਨਾ, ਇਹ ਸਾਰੇ ਕਮਾਨ ਦੇ ਅੰਗ ਨੇ, ਢਿੱਲੇ ਨੇ, ਜਿਸ ਕਰਕੇ ਤੀਰ ਥੋੜੀ ਦੂਰ ਜਾ ਕੇ ਡਿੱਗ ਪੈਂਦਾ, ਨਿਸ਼ਾਨੇ ਤੇ ਪਹੁੰਚਦਾ ਨਹੀਂ। ਫਿਰ ਇਸ ਕਮਾਨ ਨੂੰ ਠੀਕ ਕਰਨ ਵਾਸਤੇ ਕੀ ਹੈ? ਜਿਹੜੀ ਮਰਿਆਦਾ ਦਿੱਤੀ ਗੁਰੂ ਸਾਹਿਬ ਨੇ, ਕਮਾਨ ਕੱਸਣ ਵਾਸਤੇ ਹੈ। ਇਸ ਜੀਵਨ ਨੂੰ ਕੱਸਣ ਵਾਸਤੇ ਜੋ ਢਿੱਲਾਂ ਦਾ ਸ਼ਿਕਾਰ ਹੋਇਆ ਪਿਆ। ਕਈ ਵਾਰੀ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਚਾਰ ਕਰਨੇ ਆ ਕਿ ਅਸੀਂ ਕਰਦੇ ਬਹੁਤ ਹਾਂ ਪਰ ਹੁੰਦਾ ਕੁਝ ਨਹੀਂ। ਉਹਦੇ ਵਿੱਚ ਆਪਾਂ ਗੁਰਬਾਣੀ ਨੂੰ ਦੋਸ਼ ਨਹੀਂ ਦੇ ਸਕਦੇ। ਉਸ ਵਿੱਚ ਆਪਾਂ ਕਦੀ ਵੀ ਇਹ ਨਹੀਂ ਕਹਿ ਸਕਦੇ ਕਿ ਉਪਦੇਸ਼ ਵਿੱਚ ਕਮੀ ਹੈ ਜਾਂ ਸਤਿਗੁਰੂ ਜੀ ਦੇ ਕਿਸੇ ਇਸ ਤਰ੍ਹਾਂ ਦੀ ਦਾਤ ਵਿੱਚ ਕਮੀ ਹੈ। ਉਹ ਕਮੀ ਸਾਡੇ ਆਪਣੇ ਜੀਵਨ ਵਿੱਚ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ਼ਬਦਾਂ ਦੇ ਵਿੱਚ ਕਿਹਾ, ਜੇ ਤੂੰ ਤੁਰੇਗਾ ਇਸ ਰਾਹ ਤੇ ਮਾਲਕ ਦੇ ਦਰ ਤੇ ਤੈਨੂੰ ਪ੍ਰਵਾਨਗੀ ਮਿਲੇਗੀ, ਪਰ ਨਾਮ ਤੋਂ ਬਿਨਾ, ਗੁਰੂ ਦੀ ਦਾਤ ਤੋਂ ਬਿਨਾ ਕਦੀ ਇਹ ਰੋਗ ਨਹੀਂ ਟੁੱਟ ਸਕਦੇ। ਹਜੂਰ ਨੇ ਇੱਥੋਂ ਸ਼ੁਰੂ ਕੀਤਾ, ਕਹਿੰਦੇ ਬਿਨ ਗੁਰ ਰੋਗ ਨਾ ਟੁੱਟਾਈ, ਹਉ ਮੈਂ ਪੀੜ ਨਾ ਜਾਏ। ਸਾਡੇ ਜੀਵਨ ਵਿੱਚ ਇੱਕ ਕੰਡਾ ਚੁੱਭਿਆ ਹੋਇਆ। ਗੁਰੂ ਸਾਹਿਬ ਕਹਿੰਦੇ
ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉ ਜਿਉ ਚਲਹਿ ਚੁਭਹਿ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਇਸ ਤਰ੍ਹਾਂ ਬਿਨਾ ਗੁਰੂ ਕੇ ਸ਼ਬਦ ਤੋਂ ਕੰਡਾ ਨਿਕਲਦਾ ਨਹੀਂ। ਕੰਡੇ ਨੂੰ ਕੰਡਾ ਕੱਢ ਸਕਦਾ, ਹੋਮੈ ਨੂੰ ਨਾਮ ਕੱਢ ਸਕਦਾ ਬਾਹਰ। ਸਹਿਜੇ ਸਹਿਜੇ ਨਾਮ ਜਪਿਆ, ਪਰ ਬਿਨਾ ਗੁਰੂ ਤੋਂ ਹਉਮੈ ਦੀ ਪੀੜ ਨਾ ਜਾਏ। ਸਾਹਿਬ ਕਹਿੰਦੇ ਪੀੜ ਨਹੀਂ ਜਾ ਸਕਦੀ, ਨਾ ਹਉਮੈ ਦਾ ਕੰਡਾ ਨਿਕਲਦਾ ਤੇ ਨਾ ਸਾਰੇ ਰੋਗ ਜਿਹੜੇ ਨੇ ਮਾਨਸਿਕ ਤੌਰ ਤੇ ਜਿਹੜੇ ਰੋਗ ਨੇ ਟੁੱਟ ਸਕਦੇ ਨੇ ਵਿਕਾਰਾਂ ਦੇ। ਗੁਰ ਪ੍ਰਸਾਦੀ ਮਨ ਵਸੈ, ਗੁਰੂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਦਾ ਸਦਾ ਵਾਸਤੇ ਨਿਵਾਸ ਹੋ ਜਾਏ, ਨਾਮੇ ਰਹਿ ਸਮਾਏ। ਇਸ ਤਰ੍ਹਾਂ ਉਹਦੀ ਸੁਰਤ ਜਿਹੜੀ ਹੈ ਨਾਮ ਦੇ ਵਿੱਚ ਸਮਾਈ ਰਹਿੰਦੀ, ਟਿਕੀ ਰਹਿੰਦੀ, ਉਹਦਾ ਰੂਪ ਧਾਰਨ ਕਰ ਜਾਂਦੀ। ਗੁਰ ਸ਼ਬਦੀ ਹਰ ਪਾਈਐ, ਗੁਰੂ ਕੇ ਸ਼ਬਦ ਦੁਆਰਾ ਹੀ ਹਰੀ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ। ਬਿਨ ਸ਼ਬਦ ਭਰਮ ਭੁਲਾਏ, ਜਿਨ੍ਹਾਂ ਲੋਕਾਂ ਦੇ ਰਸਨਾ ਤੇ ਗੁਰੂ ਕਾ ਸ਼ਬਦ ਨਹੀਂ, ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਕੀ ਬਾਣੀ ਨਹੀਂ ਵਸੀ, ਉਹ ਭੁਲੇਖਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਆਪਣੇ ਅਸਲੀ ਮਨੋਰਥ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਨੂੰ ਭੁੱਲ ਜਾਂਦੇ ਨੇ। ਜਿਹੜਾ ਕਾਰਜ ਕਰਨ ਵਾਸਤੇ ਆਏ ਸੀ ਉਹ ਭੁੱਲ ਗਿਆ, ਹੋਰ ਕੰਮਾਂ ਵਿੱਚ ਫਸ ਗਏ। ਸਭ ਕਹਿੰਦੇ ਮਨ ਰੇ ਨਿਜ ਘਰ ਵਾਸਾ ਹੋਏ। ਜੇ ਤੂੰ ਗੁਰੂ ਕੇ ਸ਼ਬਦ ਨਾਲ ਜੁੜੇਗਾ, ਹੈ ਮੇਰੇ ਮਨ, ਤੇਰਾ ਨਿਜ ਘਰ, ਨਿਜ ਦਾ ਅਰਥ ਹੈ ਆਪਣਾ, ਆਪਣੇ ਸੈਂਟਰ ਤੇ, ਆਪਣੇ ਟਿਕਾਣੇ ਤੇ ਤੇਰਾ ਨਿਵਾਸ ਹੋ ਜਾਏਗਾ। ਰਾਮ ਨਾਮ ਸਲਾਹੇ ਤੂੰ, ਸਲਾਹੇ ਦਾ ਅਰਥ ਹੈ ਉਸਤਤ ਕਰਨੀ, ਵਡਿਆਈ ਕਰਨੀ। ਵਾਹਿਗੁਰੂ ਦੇ ਨਾਮ ਦੀ ਉਸਤਤ ਕਰ, ਉਹਦੀ ਵਡਿਆਈ ਕਰ। ਫਿਰ ਆਵਣ ਜਾਣ ਨਾ ਹੋਏ, ਨਾ ਫਿਰ ਤੇਰਾ ਜਨਮ ਹੋਵੇਗਾ, ਨਾ ਤੇਰੀ ਮੌਤ ਹੋਵੇਗੀ। ਇੱਥੇ ਰਹਿੰਦਿਆਂ ਵੀ ਸਾਡੇ ਅੰਦਰੋਂ ਜਿਹੜੇ ਵਿਚਾਰ ਪੈਦਾ ਹੁੰਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਇਹ ਵੀ ਇੱਕ ਜਨਮ ਮਰਨ ਦਾ ਰੂਪ ਹੈ। ਸਰੀਰ ਦਾ ਜਨਮ ਲੈਣਾ ਤੇ ਮਰਨਾ, ਇਹ ਵੀ ਬੜਾ ਵੱਡਾ ਦੁੱਖ ਹੈ। ਪਰ ਅਸੀਂ ਜਿਹੜੇ ਆਪਣੇ ਵਿਚਾਰ, ਇਹ ਵੀ ਇੱਕ ਵੱਡਾ ਜਨਮ ਮਰਨ ਹੈ। ਜਨਮ ਮਰਨ ਇਸ ਤਰ੍ਹਾਂ ਹੈ, ਇੱਕ ਵਿਚਾਰ ਨੂੰ ਅਸੀਂ ਜਨਮ ਦਿੱਤਾ, ਕੋਈ ਵਾਸ਼ਨਾ ਅੰਦਰ ਪੈਦਾ ਹੋਈ, ਕੋਈ ਇੱਛਾ ਪੈਦਾ ਹੋਈ, ਉਹ ਵਸਤੂ ਪ੍ਰਾਪਤ ਹੋ ਗਈ, ਇਹ ਜਨਮ ਹੋ ਗਿਆ। ਇਹਨੂੰ ਵੀ ਆਪਾਂ ਜਨਮ ਕਹਿ ਸਕਦੇ ਹਾਂ। ਮੈਂ ਉਸ ਜਨਮ ਮਰਨ ਨੂੰ ਖੰਡਨ ਨਹੀਂ ਕਰ ਰਿਹਾ ਵੀ ਜਨਮ ਮਰਨ ਹੁੰਦਾ ਨਹੀਂ। ਜਨਮ ਮਰਨ ਸਰੀਰ ਦਾ ਵੀ ਹੁੰਦਾ। ਸਰੀਰ ਪੁਰਾਣੇ ਜਨਮਾਂ ਵਿੱਚੋਂ ਆਇਆ, ਇੱਥੇ ਅੱਗੇ ਵੀ ਇਹਨੇ ਜਨਮ ਧਾਰਨੇ ਨੇ ਵਾਸ਼ਨਾ ਦੇ ਅਧੀਨ। ਪਰ ਇੱਕ ਜਨਮ ਮਰਨ ਸਾਡੇ ਅੰਦਰੂਨੀ ਤੌਰ ਤੇ ਅਸੀਂ ਕੋਈ ਵਾਸ਼ਨਾ ਅੰਦਰ ਪੈਦਾ ਕੀਤੀ, ਕੋਈ ਸੰਕਲਪ ਪੈਦਾ ਕੀਤਾ, ਉਹ ਵਸਤੂ ਜਦੋਂ ਪ੍ਰਾਪਤ ਹੋਣੀ ਸੀ ਜਾਂ ਹੋ ਰਹੀ ਸੀ, ਉਦੋਂ ਬੜਾ ਚਾਅ ਸੀ, ਬੜਾ ਸੁੱਖ ਸੀ, ਆਨੰਦ ਸੀ। ਪਰ ਇਹ ਤੇ ਦੁਨੀਆ ਦਾ, ਇੱਥੇ ਸੰਸਾਰ ਦਾ ਰਿਵਾਜ ਇਸ ਤਰ੍ਹਾਂ ਦਾ, ਜੋ ਕੁਝ ਆਉਂਦਾ ਕੋਈ ਘਟਦਾ ਵੀ। ਪਰ ਜਿਹਦੇ ਨਾਲ ਬਹੁਤੀ ਪ੍ਰੀਤ ਲਾਈ ਸੀ, ਪ੍ਰੇਮ ਪਾਇਆ ਸੀ, ਵਾਪਸੀ ਉਹਦੇ ਤੋਂ ਜਦੋਂ ਦੁੱਖ ਮਿਲਦਾ ਹੈ, ਉਸ ਵਸਤੂ ਤੋਂ ਦੁੱਖ ਮਿਲਦਾ ਹੈ, ਉਹ ਦੁੱਖ ਦੇ ਕਾਰਨ ਉਸ ਵਿਚਾਰ ਦੀ ਮੌਤ ਹੋ ਜਾਂਦੀ, ਉਸ ਭਾਵਨਾ ਦੀ, ਉਸ ਵਾਸ਼ਨਾ ਦੀ ਮੌਤ ਹੋ ਜਾਂਦੀ। ਫਿਰ ਆਦਮੀ ਉਹਨੂੰ ਰੋਂਦਾ ਕਲਪਦਾ ਵੀ ਇਹ ਕੀਤਾ ਤੇ ਸੁੱਖ ਵਾਸਤੇ ਸੀ, ਨਿਕਲ ਦੁੱਖ ਆਇਆ ਵਿੱਚੋਂ। ਇਹ ਵੀ ਇੱਕ ਜਨਮ ਮਰਨ ਦੁੱਖ ਦਿੰਦਾ ਹੈ। ਜਿਹੜੀ ਚੀਜ਼ ਅਸੀਂ ਆਪਣੇ ਅੰਦਰ ਕਲਪਨਾ ਕਰਨੇ ਆ, ਖੜੀ ਕਰ ਦਿੰਦੇ ਆ ਦਿਮਾਗ ਵਿੱਚ, ਇਹ ਕਰਾਂਗੇ, ਇਹ ਕਰਾਂਗੇ। ਅੱਜ ਦਾ ਬਹੁਤਾਤ ਵਿੱਚ ਜਿਹੜਾ ਸੰਸਾਰ ਦਾ ਹਿੱਸਾ ਮਾਨਸਿਕ ਰੋਗੀ ਹੈ, ਉਹਦਾ ਇੱਕੋ ਹੀ ਕਾਰਨ ਹੈ, ਉਹਨੇ ਆਪਣੇ ਅੰਦਰ ਬੜੇ ਬੜੇ ਕਿਲੇ ਬਣਾਏ ਨੇ, ਆਪਣੇ ਅੰਦਰ ਬੜੀਆਂ ਬੜੀਆਂ ਤਕੜੀਆਂ। ਇਹ ਤਾਂ ਠੀਕ ਹੈ, ਸਕੀਮ ਤਾਂ ਹਰ ਇੱਕ ਮਨ ਵਿੱਚ ਪੈਦਾ ਹੁੰਦੀ ਹੈ, ਪਰ ਉਹ ਇੰਨੀ ਵੱਧ ਗਈ ਹੈ, ਇੰਨੀ ਵੱਧ ਗਈ ਕਿ ਅੰਦਰ ਭਾਂਬੜ ਮੱਚਣ ਲੱਗ ਪਏ, ਤ੍ਰਿਸ਼ਨਾ ਦੇ, ਵੱਡੇ ਹੋਣ ਦੇ, ਅਮੀਰ ਹੋਣ ਦੇ, ਧਨਾੜ ਹੋਣ ਦੇ। ਉਹ ਜਿਹੜੀ ਅੱਗ ਹੈ, ਉਹ ਸਾਰੇ ਸੁੱਖ ਨੂੰ ਸਾੜ ਕੇ ਦੁੱਖ ਵਿੱਚ ਬਦਲ ਦਿੰਦੀ ਸਾਡੇ ਅੰਦਰ। ਇਹ ਇੱਕ ਜਨਮ ਤੇ ਮਰਨ ਵਰਗਾ ਦੁੱਖ ਹੈ ਕਿ ਅੰਦਰ ਸ਼ੇਖ ਚਿੱਲੀ ਦੇ ਮਹਿਲ ਬਣਾਈ ਜਾਣੇ, ਢਾਈ ਜਾਣੇ, ਬਣਾਈ ਜਾਣੇ, ਢਾਈ ਜਾਣੇ। ਇਹਦੇ ਨਾਲ ਮਾਨਸਿਕ ਪੱਧਰ ਤੇ ਰੋਗ ਪੈਦਾ ਹੁੰਦੇ ਨੇ ਬਹੁਤ ਸਾਰੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੋਚਿਆ ਕਰ ਪਰ ਲੋੜ ਲਈ, ਕਰਿਆ ਜ਼ਿਆਦਾ ਕਰ, ਸੋਚਿਆ ਘੱਟ ਕਰ। ਕੱਲਾ ਸੋਚਦਾ ਰਹੇਗਾ,
ਤਾਂ ਕਬੀਰ ਜੀ ਨੇ ਵੀ ਕਹਿ ਦਿੱਤਾ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਕਹਿੰਦੇ ਸੋਚਦੇ ਰਹੇਗਾ ਕਿ ਕੁਝ ਕਰੇਗਾ ਵੀ। ਇੱਥੇ ਕਹਿ ਰਹੇ ਨੇ ਜਨਮ ਮਰਨ ਫਿਰ ਨਹੀਂ ਹੁੰਦਾ ਉਹਨਾਂ ਦਾ, ਆਉਣ ਜਾਣ ਨਹੀਂ ਹੁੰਦਾ। ਜਿਹੜੇ ਵਾਹਿਗੁਰੂ ਦੀ ਉਸਤਤ ਵਿੱਚ ਜੁੜ ਜਾਂਦੇ ਤੇ ਉਹਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੁੰਦੀ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨ ਕੋਏ। ਫਿਰ ਜਦੋਂ ਇਹ ਬਖਸ਼ਿਸ਼ ਹੋ ਜਾਏ ਤੇ ਸਾਰੇ ਥਾਵਾਂ ਤੇ ਇੱਕੋ ਹੀ ਦਾਤਾ ਵਰਤਦਾ ਹੋਇਆ ਨਜ਼ਰ ਆ ਜਾਂਦਾ, ਦੂਜਾ ਕੋਈ ਹੈ ਹੀ ਨਹੀਂ। ਆ ਸਰੀਰ ਵੱਖਰੇ ਵੱਖਰੇ ਦਿਸਦੇ ਨੇ ਪਰ ਵੱਖਰੇ ਨਹੀਂ, ਇੱਕੋ ਹੀ ਰੂਪ ਹੋ ਜਾਂਦੇ ਨੇ। ਫਿਰ ਕਹਿੰਦੇ ਸ਼ਬਦ ਸਲਾਹੀ ਮਨ ਵਸੈ, ਸਹਜੇ ਹੀ ਸੁਖ ਹੋਏ। ਇਸ ਤਰ੍ਹਾਂ ਜਿਹੜਾ ਨਾਮ ਹੈ ਨਾ, ਉਹ ਉਹਦੀ ਨਾਮ ਦੀ ਉਸਤਤ ਕਰਨ ਕਰਕੇ ਹੀ ਅੰਦਰ ਵਸਦਾ। ਕਿਉਂ ਕਰਨੀ ਰਿਪੀਟਿੰਗ ਵਾਰ-ਵਾਰ, ਬਾਣੀ ਵਾਰ-ਵਾਰ ਕਿਉਂ ਪੜ੍ਹਨੀ? ਉਹ ਮਨ ਵਸੈ। ਇਸ ਤਰ੍ਹਾਂ ਜਦੋਂ ਅਸੀਂ ਉਹਨੂੰ ਜਪਨੇ ਆ ਤੇ ਅੰਦਰ ਧਿਆਨ ਧਰਨੇ ਆ ਤੇ ਬਾਣੀ ਦੇ ਅੰਦਰ ਸਾਡੇ ਵਿੱਚ ਨਿਵਾਸ ਕਰਦੀ ਜਾਂਦੀ ਤੇ ਸਹਿਜੇ ਸਹਿਜੇ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈ ਦੇ। ਵਾਹਿਗੁਰੂ ਅਕਾਲ ਪੁਰਖ ਸਾਡੇ ਸਾਰਿਆਂ ਦੇ ਉੱਤੇ ਖੜੇ ਹੋ ਕੇ ਸਾਨੂੰ ਵੇਖੀ ਜਾ ਰਿਹਾ ਲਗਾਤਾਰ। ਤਾਂ ਜੈ ਭਾਵੈ, ਜਿੱਥੇ ਉਹਨੂੰ ਚੰਗਾ ਲੱਗਦਾ ਆਪਣੀ ਦਾਤ ਟਿਕਾ ਦਿੰਦਾ ਨਾਮ ਦੀ। ਕਿਉਂ? ਉਹ ਸਾਰਾ ਟੈਸਟ ਕਰ ਲੈਂਦਾ ਵੀ ਨਾਮ ਦੀ ਦਾਤ ਵਾਲਾ ਭਾਂਡਾ ਇਹਦੇ ਵਿੱਚ ਅਜੇ ਬਣਿਆ, ਇਹਦੇ ਯੋਗ ਹੈ, ਅਜੇ ਇਹਦੀ ਲੋੜ ਹੈ ਇਹਨੂੰ ਕਿ ਜਾਂ ਅੰਦਰ ਇਹਦਾ ਤਿਆਰ ਨਹੀਂ ਹੈ। ਪਰ ਹਉਮੈ ਸਭਾ ਗਣਤ ਹੈ, ਗਣਤੈ ਨੋ ਸੁਖ ਨਾਹੀ। ਜਿਹੜੀ ਗਿਣਤੀ ਮਿੰਤੀ ਹੈ ਨਾ, ਹਉਮੈ ਦੇ ਆਸਰੇ ਰੱਬ ਦੇ ਨਾਲ ਤੇ ਗੁਰੂ ਦੇ ਨਾਲ ਲੇਖਾ ਕਰਨਾ ਵੀ ਕਦੋਂ ਹੋਵੇਗਾ ਜੀ, ਕਿੰਨਾ ਕੀਤਿਆਂ ਹੋਵੇਗਾ ਜੀ, ਕਿਵੇਂ। ਠੀਕ ਹੈ, ਇੱਛਾ ਹੋਣੀ ਬੜੀ ਜ਼ਰੂਰੀ ਹੈ, ਬੰਦੇ ਦੇ ਵਿੱਚ ਲਾਲਸਾ ਇੱਛਾ ਹੋਣੀ ਬਹੁਤ ਜ਼ਰੂਰੀ ਹੈ। ਪਰ ਕਈ ਵਾਰੀ ਕੀ ਹੁੰਦਾ ਹੈ, ਅਸੀਂ ਇਹ ਵੀ ਇੱਕ ਕੰਮ ਸਮਝ ਲੈਂਦੇ ਹਾਂ ਦੁਨੀਆ ਦਾ। ਕੰਮ ਦਾ ਮਤਲਬ ਵੀ ਅਸੀਂ ਇੰਨਾ ਯਾਦ ਕਰ ਲਾਂਗੇ ਤੇ ਇੰਨੇ ਘੰਟੇ ਲਾ ਦਿਆਂਗੇ ਤੇ ਫਿਰ ਤੇ ਸਾਡਾ ਦਾਵਾ ਹੋ ਗਿਆ। ਕਹਿੰਦੇ ਨਹੀਂ, ਹਉਮੈ ਦੇ ਦੁਆਰਾ ਕੀਤੀ ਹੋਈ ਗਿਣਤੀ ਪ੍ਰਵਾਨ ਨਹੀਂ ਹੈ, ਉਹਦੇ ਵਿੱਚ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਹਿਬ ਕਹਿੰਦੇ ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਹੇ ਸਮਾਏ। ਹਉਮੈ ਦੇ ਆਸਰੇ ਕੀਤੇ ਹੋਏ ਕਰਮ ਜ਼ਹਿਰ ਦਾ ਰੂਪ ਧਾਰਨ ਕਰ ਜਾਂਦੇ, ਯਾਨੀ ਕਿ ਕੌੜੀ, ਉਹਨਾਂ ਦਾ ਸਿੱਟਾ ਅਤੀ ਕੌੜਾ ਨਿਕਲਦਾ। ਇਸ ਤਰ੍ਹਾਂ ਕੰਮ ਕੀਤਿਆਂ ਹਉਮੈ ਦੇ ਆਸਰੇ ਬਿਖ ਦੀ ਕਾਰ ਹੈ, ਜ਼ਹਿਰ ਦੀ, ਵਿਕਾਰਾਂ ਦੀ, ਤੇ ਉਹਦੇ ਵਿੱਚ ਹੀ ਸੁਰਤ ਜਿਹੜੀ ਹੈ ਸਮਾ ਜਾਂਦੀ ਹੈ। ਬਿਨ ਨਾਵੈ ਠੋਰ ਨ ਪਾਏਨੀ, ਜਮਪੁਰ ਦੁਖ ਸਹਾਹੇ। ਮਹਾਰਾਜ ਕਹਿੰਦੇ ਨੇ ਕਿ ਨਾਮ ਤੋਂ ਬਿਨਾ ਕਿਸੇ ਵੀ ਮਨੁੱਖ ਨੂੰ ਟਿਕਾਣਾ ਨਹੀਂ ਮਿਲਦਾ। ਸਾਰੇ ਭਟਕਦੇ ਫਿਰਦੇ ਨੇ। ਹੁਣ ਤਾਂ ਸਰੀਰ ਹੈ, ਹੁਣ ਸਮਝ ਨਹੀਂ ਲੱਗਦੀ। ਹੁਣ ਸਾਡੇ ਕੋਲ ਆਸਰਾ ਹੈ, ਅਸੀਂ ਕਹਿੰਦੇ ਆ ਹੀ ਆਸਰਾ, ਪਰ ਸਾਨੂੰ ਇਹ ਪਤਾ ਨਹੀਂ ਵੀ ਟ੍ਰੇਨ ਜਾ ਰਹੀ ਹੈ, ਇਹਨੇ ਤਾਂ ਲਾਹ ਦੇਣਾ ਕਿਤੇ ਨਾ ਕਿਤੇ ਜਾ ਕੇ। ਜਿੱਥੇ ਸਾਡਾ ਸਟੇਸ਼ਨ ਆ ਗਿਆ, ਟ੍ਰੇਨ ਨੇ ਉੱਥੇ ਉਤਾਰ ਦੇਣਾ। ਅੱਗੋਂ ਕਿਹੜਾ ਸਾਧਨ ਹੈ? ਸਰੀਰ ਤਾਂ ਇੱਕ ਟ੍ਰੇਨ ਦੀ ਤਰ੍ਹਾਂ, ਕਿਰਾਇਆ ਜਿੰਨਾ ਕੁ ਹੈ, ਟਿਕਟ ਜਿੱਥੋਂ ਤੱਕ ਲਈ ਹੈ, ਜਿੰਨੇ ਕੁ ਸਵਾਸ ਨੇ ਉਹਨਾਂ ਚਿਰ ਇਸ ਟ੍ਰੇਨ ਵਿੱਚ ਤੁਰੀ ਜਾਵਾਂਗੇ। ਜਦੋਂ ਸਵਾਸ ਕਿਰਾਇਆ ਖਤਮ ਹੋ ਗਿਆ, ਉਹਨਾਂ ਲਾ ਕੇ ਪਾਸੇ ਭਗਾਉਣਾ, ਫਿਰ ਨਾ ਕਿਤੇ ਘਰ, ਨਾ ਬਾਹਰ, ਨਾ ਕਿਰਾਇਆ। ਇਸ ਕਰਕੇ ਕਹਿੰਦੇ ਉਹ ਮਨੁੱਖ, ਫਿਰ ਕਹਿੰਦੇ ਉਹਨਾਂ ਨੂੰ ਠੌਰ ਨਹੀਂ ਮਿਲਦਾ, ਟਿਕਾਣਾ ਨਹੀਂ ਮਿਲਦਾ। ਉਹ ਜਮਪੁਰ ਜਮਾਂ ਦਾ ਇੱਕ ਪਿੰਡ ਹੈ, ਜਿੱਥੇ ਜਮ ਰਹਿੰਦੇ ਨੇ ਤੇ ਦੁੱਖ ਦੁੱਖ ਸਹਾਏ, ਉੱਥੇ ਫਿਰ ਦੁੱਖ ਸਹਿਣੇ ਪੈਂਦੇ ਹਨ। ਜੀਓ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਪਰ ਜਿਨ੍ਹਾਂ ਗੁਰਮੁਖਾਂ ਨੇ ਇੱਥੇ ਰਹਿੰਦਿਆਂ ਹੀ ਇਹ ਪਿੰਡ ਯਾਨੀ ਕਿ ਸਰੀਰ ਤੇ ਜੀਓ, ਇਹ ਮਨ ਆਪਣੇ ਗੁਰੂ ਨੂੰ ਸੌਂਪ ਦਿੱਤਾ ਹੈ ਤੇ ਉਸ ਗੁਰੂ ਦੀ ਬਖਸ਼ਿਸ਼ ਦਾ ਆਧਾਰ ਬਣਾ ਲਿਆ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰ ਲਿਆ। ਸਹਿਬ ਕਹਿੰਦੇ ਗੁਰ ਪ੍ਰਸਾਦੀ ਬੂਝੀਐ। ਜੇ ਕੋਈ ਗੁਰੂ ਦਾ ਪ੍ਰਸਾਦ ਪ੍ਰਾਪਤ ਕਰ ਲੈ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਤਾਂ ਜੀਵਨ ਦੀ ਬੁਝਾਰਤ ਬੁਝੀ ਜਾਂਦੀ ਹੈ। ਤਾਂ ਪਾਏ ਮੋਖ ਦਵਾਰ। ਮੋਖ ਦਾ ਅਰਥ ਹੁੰਦਾ ਸੁਤੰਤਰਤਾ, ਜਿਹਦੇ ਵਿੱਚ ਕੋਈ ਬੰਧਨ ਨਹੀਂ ਰਹਿੰਦਾ। ਮੋਕਸ਼ ਦਾ ਦਰਵਾਜ਼ਾ ਜਿਹੜਾ ਸਰੀਰ ਹੀ ਹੈ, ਦੁਆਰ
ਦੇਲੀ ਤੋਂ ਦੁਆਰ ਬਣਿਆ, ਦੁਆਰ ਤੋਂ ਦੇਵਰੀ ਬਣੀ ਹੈ, ਦੇਵਰੀ ਤੋਂ ਦੇਹ ਬਣੀ ਹੈ, ਦੇਹ ਦੇ ਅਰਥ ਨੇ ਸਰੀਰ। ਕਹਿੰਦੇ ਉਸ ਨੂੰ ਇਸ ਸਰੀਰ ਦੇ ਵਿੱਚੋਂ ਹੀ ਇੱਕ ਮੁਕਤੀ ਦਾ, ਇੱਕ ਸੁਖ ਦਾ, ਇੱਕ ਆਨੰਦ ਦਾ ਬਹੁਤ ਵੱਡਾ ਦਰਵਾਜ਼ਾ ਖੁੱਲ ਗਿਆ। ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾਵਾਰ। ਗੁਰੂ ਅਮਰਦਾਸ ਜੀ ਫਰਮਾ ਰਹੇ ਨੇ, हे ਭਾਈ, ਇਸ ਕਰਕੇ ਤੈਨੂੰ ਵੀ ਯਤਨ ਕਰਨਾ ਚਾਹੀਦਾ ਹੈ, ਐਸੇ ਵਾਹਿਗੁਰੂ ਦੇ ਨਾਮ ਦੀ ਸਿਫਤ ਕਰਿਆ ਕਰ, ਜਿਸ ਦੇ ਨਾਮ ਦੀ ਬਖਸ਼ਿਸ਼ ਦਾ ਕੋਈ ਅੰਤ ਤੇ ਹਿਸਾਬ ਨਹੀਂ ਲਾਇਆ ਜਾ ਸਕਦਾ। ਸ੍ਰੀ ਰਾਗ ਮਹੱਲਾ ਤੀਜਾ, ਤਿਨਾ ਆਨੰਦ ਸਦਾ ਸੁਖ ਹੈ, ਜਿਨ੍ਹਾਂ ਸੱਚ ਨਾਮ ਆਧਾਰ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਆਪਣੇ ਜੀਵਨ ਦਾ ਜਿਹੜਾ ਆਸਰਾ ਹੈ, ਯਾਨੀ ਕਿ ਜਿਵੇਂ ਅਸੀਂ ਮਾਇਆ ਦੇ ਆਸਰੇ ਤੇ ਜਿਉਂਦੇ ਹਾਂ, ਅਸੀਂ ਅਹੁਦਿਆਂ ਦੇ ਆਸਰੇ ਤੇ ਜਿਉਂਦੇ ਹਾਂ, ਸਾਡਾ ਆਧਾਰ ਖਾਣਾ ਪੀਣਾ, ਪਰ ਵਾਹਿਗੁਰੂ ਦੇ ਪਿਆਰਿਆਂ ਦਾ ਜਿਹੜਾ ਆਧਾਰ ਹੈ ਉਹਦੀ ਬੰਦਗੀ ਬਣ ਗਿਆ। ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਸਦਾ ਹੀ ਸੁਖ ਆਨੰਦ ਰਹਿੰਦਾ ਹੈ, ਸਦਾ ਇੱਕ ਆਨੰਦ ਦੀ ਬਾਰਿਸ਼ ਉਹਨਾਂ ਦੇ ਅੰਤਿਸ਼ਕਰਨ ਵਿੱਚ ਵਰਦੀ ਰਹਿੰਦੀ ਹੈ। ਉਸ ਬਾਰਿਸ਼ ਵਿੱਚ ਉਹ ਇਸ਼ਨਾਨ ਕਰਦੇ ਰਹਿੰਦੇ ਨੇ। ਗੁਰ ਸ਼ਬਦੀ ਸੱਚ ਪਾਇਆ, ਦੁੱਖ ਨਿਵਾਰਨ ਹਾਰ। ਗੁਰੂ ਕੇ ਸ਼ਬਦ ਦੇ ਰਾਹੀਂ ਐਸੇ ਸੱਚੇ ਨਾਮ ਦੀ ਧੁਨ ਪ੍ਰਾਪਤ ਹੋ ਗਈ, ਰਸ ਪ੍ਰਾਪਤ ਹੋ ਗਿਆ, ਜਿਹਦੇ ਨਾਲ ਸਾਰੇ ਹੀ ਦੁੱਖ ਨਿਵਾਰੇ ਗਏ, ਸਾਰੇ ਹੀ ਮਸਲੇ ਹੱਲ ਹੋ ਗਏ। ਕੋਈ ਰੁਕਾਵਟ ਨਹੀਂ, ਜ਼ਿੰਦਗੀ ਦੀਆਂ ਮੁਸ਼ਕਲਾਂ ਜਿਹੜੀਆਂ ਸਨ ਉਸ ਨਾਮ ਨੇ ਖਤਮ ਕਰ ਦਿੱਤੀਆਂ ਹਨ। ਸਦਾ ਸਦਾ ਸਾਚੇ ਗੁਣ ਗਾਵਹਿ। ਹੁਣ ਉਹ ਵਾਹਿਗੁਰੂ ਦੇ ਪਿਆਰੇ ਹਨ ਜਿਹੜੇ ਸਦਾ ਸਦਾ ਉਹਦੀ ਹੀ ਯਾਦ ਵਿੱਚ ਅੰਦਰ ਭਿੱਜੇ ਰਹਿੰਦੇ ਹਨ, ਅੰਦਰ ਰਸ ਵਿੱਚ ਗੁੱਟ ਰਹਿੰਦੇ ਹਨ ਔਰ ਉਹਦੇ ਗੁਣ ਗਾਈ ਜਾਂਦੇ ਹਨ। ਸਾਚੈ ਨਾਹੀ ਪਿਆਰ। ਉਹਨਾਂ ਦਾ ਪਿਆਰ ਸੱਚੇ ਨਾਮ ਦੇ ਨਾਲ ਬਣ ਚੁੱਕਾ ਹੈ, ਨਾਮ ਦੇ ਵਿੱਚ ਟਿਕ ਚੁੱਕੇ ਹਨ। ਕਿਰਪਾ ਕਰਕੇ ਆਪਣੀ ਦਿੱਤੋਂ ਨ ਭਗਤੀ ਭੰਡਾਰ। ਵਾਹਿਗੁਰੂ ਨੇ ਗੁਰੂ ਦੇ ਰਾਹੀਂ ਕਿਰਪਾ ਕਰਕੇ ਐਸੇ ਗੁਰੂ ਕੇ ਪਿਆਰਿਆਂ ਨੂੰ ਆਪਣੇ ਦਰ ਤੋਂ ਭਗਤੀ ਦਾ ਭੰਡਾਰਾ ਦੇ ਦਿੱਤਾ ਹੈ, ਉਹਨਾਂ ਨੂੰ ਅਮੀਰ ਕਰ ਦਿੱਤਾ ਹੈ, ਉਹਨਾਂ ਨੂੰ ਸ਼ਾਹ ਬਣਾ ਦਿੱਤਾ ਹੈ। ਇਸ ਕਰਕੇ ਮਨ ਮੇ ਸਦਾ ਆਨੰਦ ਗੁਣ ਗਾਏ। हे ਮੇਰੇ ਮਨ, ਤੂੰ ਇੱਕ ਕੰਮ ਕਰਿਆ ਕਰ, ਜੇ ਤੂੰ ਵੀ ਉਹ ਆਨੰਦ ਲੈਣਾ ਹੈ ਤਾਂ ਸਦਾ ਆਨੰਦ ਗੁਣ ਗਾਏ, ਵਾਹਿਗੁਰੂ ਦੇ ਗੁਣ ਗਾਉਂਦਾ ਰਿਹਾ ਕਰ, ਅੰਦਰ ਅਭਿਆਸ ਕਰਿਆ ਕਰ। ਸੱਚੀ ਬਾਣੀ ਹਰ ਪਾਈਐ। ਜੇ ਤੂੰ ਇਸ ਬਾਣੀ ਨਾਲ ਜੁੜ ਜਾਏਗਾ, ਸੱਚੀ ਬਾਣੀ, ਧੁਰ ਕੀ ਬਾਣੀ, ਗੁਰੂ ਕੀ ਬਾਣੀ ਨਾਲ ਜੁੜੇਗਾ ਨਾ, ਤੇ ਇਹ ਤੈਨੂੰ ਵਾਹਿਗੁਰੂ ਦੀ ਪ੍ਰਾਪਤੀ, ਉਹਦੇ ਨਾਲ ਸਾਂਝ ਬਣ ਜਾਏਗੀ। ਔਰ ਹਰ ਸਿਉ ਰਹਿ ਸਮਾਏ। ਉਹਨਾਂ ਦਾ ਮਨ ਸਦਾ ਹੀ, ਤੇ ਤੇਰਾ ਮਨ ਵੀ, ਜੇ ਤੂੰ ਕਰਨਾ ਕਰਕੇ ਦੇਖ ਲੈ, ਸਦਾ ਹੀ ਤੂੰ ਉਸ ਰਸ ਦੇ ਸੋਮੇ ਨਾਲ ਜੁੜਿਆ ਰਹੇਗਾ, ਉੱਥੋਂ ਤੈਨੂੰ ਆਨੰਦ ਹੀ ਆਉਂਦਾ ਰਹੇਗਾ। ਸੱਚੀ ਭਗਤੀ ਮਨ ਲਾਲ ਥਿਆ। ਵਾਹਿਗੁਰੂ ਦੇ ਪਿਆਰਿਆਂ ਨੇ ਸੱਚੀ ਭਗਤੀ ਕੀਤੀ ਹੈ। ਸੱਚੀ ਭਗਤੀ ਦਾ ਮਤਲਬ ਹੈ ਜਿਹਦੇ ਵਿੱਚ ਹੋਰ ਕੋਈ ਸੰਸਾਰ ਦੀ ਲਾਲਸਾ ਨਹੀਂ ਰਹੀ, ਹੋਰ ਕੁਝ ਬਣਨ ਦੀ ਲਾਲਸਾ ਨਹੀਂ ਰਹੀ, ਕੇਵਲ ਉਹਦੇ ਨਾਲ ਪਿਆਰ ਕਰਨ ਦੀ ਲਾਲਸਾ। ਉਹਨਾਂ ਦਾ ਮਨ ਲਾਲ ਹੋ ਗਿਆ ਬਿਲਕੁਲ, ਯਾਨੀ ਕਿ ਖੁਸ਼ੀ ਵਿੱਚ, ਚਾਅ ਵਿੱਚ ਚਲਾ ਗਿਆ। ਰਤਾ ਸਹਿਜ ਸੁਭਾਏ। ਤੇ ਸਹਿਜ ਸੁਭਾਏ ਹੀ ਮਨ ਵਿੱਚ ਵਾਹਿਗੁਰੂ ਦਾ ਪਿਆਰ ਟਿਕਿਆ ਹੋਇਆ ਹੈ, ਲਗਾਤਾਰ ਪਿਆਰ ਇਸ ਤਰ੍ਹਾਂ ਅੰਦਰੋਂ ਉਹਨਾਂ ਦੇ ਜਿਵੇਂ ਝਰਨਾ ਚੱਲ ਰਿਹਾ ਹੈ। ਗੁਰ ਸ਼ਬਦੀ ਮਨ ਮੋਹਿਆ। ਉਸ ਗੁਰੂ ਕੇ ਸ਼ਬਦ ਦੀ ਕਮਾਈ ਵਿੱਚ ਇੰਨੀ ਸੁੰਦਰਤਾ ਹੈ ਕਿ ਜਿਨ੍ਹਾਂ ਨੇ ਉਹਨੂੰ ਵੇਖਿਆ ਉਹਨਾਂ ਦਾ ਮਨ ਮੋਹਿਆ ਗਿਆ, ਮਨ ਮੋਹਿਆ ਗਿਆ। ਬਸ ਜਦੋਂ ਉਸ ਮਨ ਨੇ ਵੇਖਿਆ ਤੇ ਮਰ ਗਿਆ ਉਸ ਤੇ ਉਹਦੀ ਸੁੰਦਰਤਾ ਦੇ ਪਿੱਛੇ, ਉਹਦੇ ਪਿੱਛੇ ਭੌਰਾ ਬਣ ਕੇ ਲਪਟ ਗਿਆ। ਉਸ ਮਨ ਦਾ ਜੀ ਕੀਤਾ ਵੀ ਮੈਂ ਆਪਣੇ ਆਪ ਨੂੰ ਇਸ ਗੁਰੂ ਕੇ ਸ਼ਬਦ ਦੀ ਸੁੰਦਰਤਾ ਵਿੱਚ ਖਤਮ ਕਰ ਦਿਆਂ। ਤੇ ਉਹਦੇ ਬਾਰੇ ਤਾਂ ਹੀ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਕਹਿਣਾ ਕਛੂ ਨ ਜਾਏ।